ਤਰਸ ਸਦਕਾ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਦੀ ਮਹਿਮਾ, ਅਕਾਲ ਪੁਰਖ ਪਰਮਾਤਮਾ ਦੀ ਸਿਫਤ ਸਲਾਹ ਨਾਲ ਜੁੜ ਕੇ ਆਪਣੇ ਜੀਵਨ ਦੇ ਅਮੋਲਕ ਸਵਾਸ ਸਫਲ ਬਣਾ ਰਹੇ ਹਾਂ। ਇਸ ਅਸਥਾਨ ਦੀ ਪਾਵਨ ਮਰਿਆਦਾ ਦੇ ਅਨੁਸਾਰ ਇਸ ਵੇਲੇ ਇਸ ਪਾਵਨ ਅਸਥਾਨ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਹੁਣਾਂ ਤੋਂ ਚੱਲ ਰਹੀ ਲੜੀਵਾਰ ਸ਼ਬਦ ਦੀ ਵਿਚਾਰ ਦਾ ਜੋ ਸ਼ਬਦ ਦਾ ਮੂਲ ਪਾਠ ਹੈ, ਪਿਆਰ ਨਾਲ ਸਰਵਣ ਕੀਤਾ ਹੈ। ਹੁਣ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣਾਂ ਦੀ ਕਿਰਪਾ ਸਦਕਾ ਇਨ੍ਹਾਂ ਪਾਵਨ ਬਚਨਾਂ ਦੀ ਰਲ ਮਿਲ ਕੇ ਵਿਚਾਰ ਕਰਨੀ ਹੈ। ਇਸ ਲਈ ਆਪ ਸਾਰੇ ਇਕਾਗਰਤਾ ਬਣਾਓ, ਸੁਰਤ ਬਿਰਤ ਗੁਰੂ ਚਰਨਾਂ ਨਾਲ ਜੋੜੋ। ਇੱਕ ਵਾਰੀ ਕਹਿਣ 'ਤੇ ਸਾਰੇ ਹੀ ਪਿਆਰ ਨਾਲ ਫਤਿਹ ਦੀ ਸਾਂਝ ਕਰੋ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪਾਵਨ ਸ਼ਬਦ ਵਿੱਚ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਗੌੜੀ ਰਾਗ ਅੰਦਰ ਗੌੜੀ ਰਾਗ ਦੇ ਵਿੱਚ ਵਾਰ ਆਰੰਭ ਹੋਈ ਹੈ। ਪਹਿਲੀ ਪੌੜੀ ਦੇ ਨਾਲ ਜਿਹੜੇ ਸ਼ਲੋਕ ਸਨ ਉਹਨਾਂ ਦੀ ਵਿਚਾਰ ਆਪ ਜੀਆਂ ਨੇ ਕੱਲ੍ਹ ਸਰਵਣ ਕੀਤੀ। ਦੂਜੀ ਪੌੜੀ ਦੇ ਨਾਲ ਜੋ ਅੱਜ ਸ਼ਲੋਕ ਹਨ ਉਹਨਾਂ ਦਾ ਮੂਲ ਪਾਠ ਸੁਣਿਆ ਹੈ। ਇਨ੍ਹਾਂ ਪਾਵਨ ਬਚਨਾਂ ਵਿੱਚ ਗੁਰੂ ਰਾਮਦਾਸ ਮਹਾਰਾਜ ਦੋ ਤਰ੍ਹਾਂ ਦਾ ਜੀਵਨ ਸਾਨੂੰ ਦਿਖਾ ਰਹੇ ਨੇ। ਉਹਨਾਂ ਦੋਨਾਂ ਜੀਵਨਾਂ ਦੇ ਵਿੱਚੋਂ, ਦੋ ਤਰ੍ਹਾਂ ਦੀ ਉਸ ਹਸਤੀ ਵਿੱਚੋਂ ਅਸੀਂ ਕਿਹੜੀ ਹਸਤੀ ਦੇ ਮਾਲਕ ਬਣਨਾ ਹੈ, ਉਹ ਸਾਡੇ 'ਤੇ ਨਿਰਭਰ ਹੈ। ਗੁਰੂ ਕਿਰਪਾ ਕਰੇ, ਸੱਚ ਦੇ ਰਾਹ 'ਤੇ ਸਭ ਨੂੰ ਤੋਰੇ। ਸੱਚ ਦੇ ਰਾਹ 'ਤੇ ਤੋਰਨਾ ਹੀ ਗੁਰੂ ਦਾ ਫਰਜ਼ ਹੈ। ਸਗੋਂ ਜਿਹੜੇ ਉਜੜੇ ਪੈ ਗਏ, ਜਿਹੜੇ ਭੁੱਲ ਗਏ, ਉਹਨਾਂ ਭੁੱਲਿਆਂ ਨੂੰ ਵੀ ਗੁਰੂ ਰਸਤਾ ਦਿਖਾਉਂਦਾ ਹੈ। ਉਸ ਰਾਹ 'ਤੇ ਸਤਿਗੁਰੂ ਜੀ ਸਭ ਨੂੰ ਤੋਰਨ। ਉਹਨਾਂ ਦੋਨਾਂ ਹਸਤੀਆਂ ਦੇ ਵਿੱਚੋਂ, ਦੋਨਾਂ ਜੀਵਨਾਂ ਦੇ ਵਿੱਚੋਂ ਇੱਕ ਜੀਵਨ ਮਨਮੁਖ ਦਾ ਹੈ। ਮਨਮੁਖ ਆਪਣੇ ਜੀਵਨ ਅੰਦਰ ਆਪਣੀ ਜ਼ਿੰਦਗੀ ਦਾ ਕੀ ਆਨੰਦ ਮਾਣਦਾ ਹੈ, ਮਨਮੁਖ ਦੀ ਜ਼ਿੰਦਗੀ ਦਾ ਕੀ ਰਸ ਹੈ, ਤੇ ਦੂਜਾ ਜੀਵਨ ਹੈ ਗੁਰਮੁਖ। ਗੁਰਮੁਖ ਦੀ ਜ਼ਿੰਦਗੀ ਦਾ ਕੀ ਰਸ ਹੈ। ਗੁਰਬਾਣੀ ਨੇ ਜਿਹੜਾ ਫੈਸਲਾ ਦਿੱਤਾ ਹੈ, ਸਤਿਗੁਰੂ ਪਾਵਨ ਬਾਣੀ 'ਚ ਆਖਦੇ ਨੇ, ਦਿਲੋਂ ਮੁਹੱਬਤ ਜਿਨ ਸਈ ਸੱਚਿਆ। ਸੱਚੇ ਉਹ ਨੇ ਜਿਹੜੇ ਦਿਲੋਂ ਗੁਰੂ ਨੂੰ, ਰੱਬ ਨੂੰ ਮੁਹੱਬਤ ਪਿਆਰ ਕਰਦੇ ਨੇ। ਉਹ ਸੱਚ ਦੇ ਰਾਹ 'ਤੇ ਚੱਲ ਕੇ ਸੱਚ ਵਿੱਚ ਸਮਾ ਜਾਣਗੇ। ਦੂਜਾ ਉਹ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਟਿਆ। ਜਿਨ੍ਹਾਂ ਦੇ ਮਨ ਵਿੱਚ ਕੁਛ ਹੋਰ ਹੈ, ਮੁਖ ਵਿੱਚ ਕੁਛ ਹੋਰ ਹੈ, ਉਹਨਾਂ ਨੂੰ ਗੁਰਬਾਣੀ ਨੇ ਆਖਿਆ ਇਹ ਕੱਚੇ ਨੇ, ਇਹ ਝੂਠੇ ਨੇ, ਇਹ ਕੂੜੇ ਨੇ। ਇਹ ਕੂੜ ਵਿੱਚ ਹੀ ਆਪਣੀ ਸੁਰਤ ਜੋੜ ਕੇ ਕੂੜ ਵਿੱਚ ਹੀ ਸਮਾਣਗੇ। ਹੁਣ ਅਸੀਂ ਦਿਲੋਂ ਮੁਹੱਬਤ ਕਰਨੀ ਹੈ ਜਾਂ ਮਨ ਵਿੱਚ ਕੁਛ ਹੋਰ ਰੱਖ ਕੇ ਤੇ ਮੁਖ ਤੇ ਕੁਛ ਹੋਰ ਬਚਨ ਬੋਲਣੇ ਨੇ। ਇਹ ਹੁਣ ਪਰਮਾਤਮਾ ਨੇ ਕਰਮਾਂ ਕਰਕੇ ਸਾਨੂੰ ਜੀਵਨ ਬਖਸ਼ ਕੇ ਸੁਤੰਤਰ ਕੀਤਾ ਹੋਇਆ ਹੈ। ਤੂੰ ਜੋ ਮਰਜ਼ੀ ਕਰਮ ਕਰ, ਤੂੰ ਮਨ ਵਿੱਚ ਕਪਟ ਰੱਖ ਕੇ ਵੀ ਗਿਆਨ ਦੀਆਂ ਗੱਲਾਂ ਕਰ ਸਕਦਾ ਹੈ।
ਹਿਰਦੇ ਕਪਟ ਮੁਖ ਗਿਆਨੀ, ਝੂਠੈ ਕਹਾ ਬਲੋਵਸ ਪਾਨੀ। ਮਨ ਵਿੱਚ ਕਪਟ ਰੱਖ ਕੇ ਸੇਵਾ ਵੀ ਕੀਤੀ ਜਾ ਸਕਦੀ ਹੈ, ਪਰ ਉਹ ਗੁਰੂ ਦੀਆਂ ਨਜ਼ਰਾਂ ਵਿੱਚ, ਰੱਬ ਦੀਆਂ ਨਜ਼ਰਾਂ ਵਿੱਚ ਕਾਂਡੇ ਕੱਚਿਆ ਹੀ ਰਹਿਣਗੇ, ਕੱਚੇ ਹੀ ਆਖੇ ਜਾਣਗੇ। ਆਓ ਅੱਜ ਦੇ ਸ਼ਬਦ ਵੱਲ ਨੂੰ ਪਰਤੀਏ। ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ। ਸ਼ਲੋਕ ਮਹਲਾ ਚੌਥਾ। ਗੌੜੀ ਕੀ ਵਾਰ ਦਾ ਦੂਜਾ ਇਹ ਸ਼ਲੋਕ ਹੈ, ਭਾਵ ਦੂਜੀ ਪੌੜੀ ਦੇ ਨਾਲ ਇਹ ਪਹਿਲਾ ਸ਼ਲੋਕ ਹੈ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀ ਰਚਨਾ ਤੋਂ ਉਚਾਰਿਆ ਹੋਇਆ ਹੈ। ਵਿਣ ਨਾਮੈ ਹੋਰ ਸਲਾਹਣਾ, ਸਭ ਬੋਲਣ ਫਿੱਕਾ ਸਾਧ। ਇਸ ਪੌੜੀ ਵਿੱਚ ਸਤਿਗੁਰੂ ਰਹਿਮਤ ਕਰ ਰਹੇ ਨੇ, ਇੱਕ ਅਕਾਲ ਪੁਰਖ ਪਰਮਾਤਮਾ ਦੀ ਨਾਮ ਦੀ ਸਿਫਤ ਤੋਂ ਬਿਨਾ, ਉਹਨੂੰ ਸਲਾਹਣ ਤੋਂ ਬਿਨਾ, ਹੋਰ ਸੰਸਾਰ ਅੰਦਰ ਤੂੰ ਰਸਨਾ ਨਾਲ ਜੋ ਵੀ ਬੋਲੇ, ਤੂੰ ਜੋ ਵੀ ਕੰਮ ਕਰੇ, ਉਹਦੇ ਵਿੱਚੋਂ ਤੈਨੂੰ ਰਸ ਨਹੀਂ ਆਏਗਾ, ਉਹਦੇ ਵਿੱਚੋਂ ਤੈਨੂੰ ਸਵਾਦ ਨਹੀਂ ਆਏਗਾ। ਸਤਿਗੁਰੂ ਦੀ ਬਾਣੀ, ਪਾਵਨ ਬਾਣੀ ਅੰਦਰ ਬੇਅੰਤ ਐਸੀਆਂ ਉਦਾਹਰਨਾਂ ਨੇ ਜਿਹਦੇ ਵਿੱਚ ਸਾਨੂੰ ਇਹ ਸਮਝਾਇਆ ਗਿਆ ਹੈ ਕਿ ਅੰਦਰ ਕਪਟ ਰੱਖ ਕੇ ਜੋ ਵੀ ਕੰਮ ਕੀਤਾ ਹੈ, ਰੱਬ ਨੂੰ ਭੁਲਾ ਕੇ ਜੋ ਵੀ ਕੰਮ ਕੀਤਾ ਹੈ, ਉਹਦੇ ਵਿੱਚੋਂ ਜ਼ਿੰਦਗੀ ਦਾ ਆਨੰਦ ਨਹੀਂ ਆਉਂਦਾ, ਉਹਦੇ ਵਿੱਚੋਂ ਬੇਰਸਾ ਸਵਾਦ ਮਿਲਦਾ ਹੈ, ਫਿੱਕਾ ਸਵਾਦ ਮਿਲਦਾ ਹੈ, ਜਿਹੜਾ ਕਿਸੇ ਨੂੰ ਵੀ ਭਾਉਂਦਾ ਨਹੀਂ, ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ। ਕਿਉਂ? ਸਤਿਗੁਰੂ ਕਹਿਣ ਲੱਗੇ ਮਨਮੁਖ ਅਹੰਕਾਰ ਸਲਾਹੇ ਦੇ। ਜਿਹੜੇ ਮਨਮੁਖ ਨੇ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਹੰਕਾਰ ਹੁੰਦਾ ਹੈ। ਉਹ ਅਹੰਕਾਰ ਆਪਣੇ ਰੂਪ ਦਾ, ਆਪਣੇ ਸਰੂਪ ਦਾ, ਆਪਣੇ ਗਿਆਨ ਦਾ, ਆਪਣੇ ਧਨ ਦਾ, ਆਪਣੀ ਚੌਧਰ ਦਾ, ਜਾਂ ਇਸ ਤੋਂ ਇਲਾਵਾ ਸੰਸਾਰ ਅੰਦਰ ਮੈਂ ਕਰਾਂ ਕਈ ਗਰੀਬੀ ਦਾ ਵੀ ਅਹੰਕਾਰ ਕਰਦੇ ਨੇ। ਤੇ ਇਹ ਜਿਹੜਾ ਹਉਮੈ ਦਾ ਰੋਗ ਹੈ, ਇਹ ਬਹੁਤ ਵੱਡਾ ਰੋਗ ਹੈ। ਤੇ ਰੋਗੀ ਕੋਈ ਵੀ ਹੋਵੇ, ਰੋਗ ਕੋਈ ਵੀ ਲੱਗਾ ਹੋਵੇ, ਹਰ ਇੱਕ ਰੋਗ ਪਹਿਲਾਂ ਸਾਡਾ ਸਵਾਦ ਖਰਾਬ ਕਰਦਾ ਹੈ। ਰੋਗੀ ਮਨੁੱਖ ਨੂੰ ਕੋਈ ਵੀ ਚੀਜ਼ ਖਾਣ ਵਾਸਤੇ ਦਿਓ ਤੇ ਉਹ ਹਰ ਚੀਜ਼ ਨੂੰ ਮਨਾ ਕਰੇਗਾ, ਤੇ ਨਾਲੇ ਇਹ ਕਹੇਗਾ ਕਿ ਮੈਨੂੰ ਇਹਦੇ ਵਿੱਚੋਂ ਕੋਈ ਸਵਾਦ ਨਹੀਂ ਆਉਂਦਾ, ਇਹਦੇ ਵਿੱਚੋਂ ਮੈਨੂੰ ਕੋਈ ਰਸ ਨਹੀਂ ਮਿਲ ਰਿਹਾ। ਤੇ ਅਹੰਕਾਰ, ਹਉਮੈ ਇੱਕ ਰੋਗ ਹੈ। ਜਿਸ ਨੂੰ ਇਹ ਰੋਗ ਲੱਗਾ ਹੋਵੇ, ਮਾਫ ਕਰਿਆ ਜੇ, ਉਹਨੂੰ ਨਾ ਕੀਰਤਨ ਦਾ, ਨਾ ਕਥਾ ਦਾ, ਨਾ ਸ਼ਬਦ ਦਾ ਕੋਈ ਵੀ ਰਸ ਉਹ ਨਹੀਂ ਮਾਣ ਸਕਦਾ। ਜਿਹਦੇ ਅੰਦਰ ਅਹੰਕਾਰ ਹੈ, ਅਹੰਕਾਰੀ ਕੀ ਕਰੇਗਾ? ਉਹ ਆਪਣੇ ਆਪ ਨੂੰ ਸਲਾਹੇਗਾ। ਅਹੰਕਾਰੀ ਆਪਣੀ ਵਡਿਆਈ ਕਰੇਗਾ, ਅਹੰਕਾਰੀ ਆਪਣੇ ਕਾਰੋਬਾਰ ਦੀ ਸਲਾਹਤਾ ਕਰੇਗਾ, ਅਹੰਕਾਰੀ ਆਪਣੀ ਔਲਾਦ ਦੀ ਸਲਾਹਤਾ ਕਰੇਗਾ, ਅਹੰਕਾਰੀ ਆਪਣੇ ਆਪ ਦੀ ਸਲਾਹਤਾ ਕਰੇਗਾ। ਮਨਮੁਖ ਅਹੰਕਾਰ ਸਲਾਹੇ ਦੇ, ਹਉਮੈ ਮਮਤਾਵਾਦ, ਉਹਨਾਂ ਦੇ ਅੰਦਰ ਇਹ ਜਿਹੜਾ ਹਉਮੈ ਦਾ ਰੋਗ ਲੱਗਾ ਹੈ, ਇਹਨੇ ਬਹੁਤ ਸਾਰੀ ਮਮਤਾ ਅਪਣਤ ਪੈਦਾ ਕੀਤੀ ਹੋਈ ਹੈ। ਇਹਨੇ ਹਰ ਇੱਕ ਚੀਜ਼ ਦੇ ਨਾਲ ਆਪਣੇ ਆਪ ਨੂੰ ਜੋੜਿਆ ਹੋਇਆ, ਇਹ ਮੇਰੀ ਹੈ, ਇਹ ਮੇਰੀ ਹੈ, ਇਹ ਮੇਰੀ ਹੈ, ਇਹ ਮੇਰੀ ਹੈ। ਇਸ ਕਰਕੇ ਇਸੇ ਵਾਦ ਵਿੱਚ, ਇਸੇ ਝਗੜੇ ਵਿੱਚ ਮੈਂ ਕਈ ਵਾਰੀ ਬੇਨਤੀ ਕਰਦਾ ਕਿ ਮਨੁੱਖ ਦੀ ਫਿਤਰਤ ਐਸੀ ਹੈ, ਜੋ ਕੁਛ ਇਹਦੇ ਪੱਲੇ ਨਹੀਂ, ਇਹ ਉਹਨੂੰ ਵੀ ਆਪਣੀ ਮੰਨੀ ਬੈਠਾ ਵੀ ਚੱਲ ਅੱਜ ਮੇਰੇ ਪੱਲੇ ਨਹੀਂ ਹੈ, ਕੱਲ੍ਹ ਨੂੰ ਮੈਂ ਕਮਾਈ ਕਰਾਂਗਾ, ਕੱਲ੍ਹ ਨੂੰ ਮੈਂ ਉਦਮ ਕਰਾਂਗਾ, ਕੱਲ੍ਹ ਨੂੰ ਮੈਂ ਯਤਨ ਕਰਾਂਗਾ, ਕੱਲ੍ਹ ਨੂੰ ਕਿਸੇ ਨਾ ਕਿਸੇ ਤਰ੍ਹਾਂ ਮੈਂ ਇਹਨੂੰ ਆਪਣੀ ਬਣਾਵਾਂਗਾ। ਜੋ ਆਪਣੀ ਨਹੀਂ ਹੈ ਉਹਨੂੰ ਵੀ ਆਪਣੀ ਮੰਨੀ ਬੈਠਾ ਹੈ। ਇਹ ਹੰਕਾਰ
एक झगड़ा, एक रौला अंदर साडे हंकार हौमे पा दिंदा है। हुण बेनती करां, सतगुरु पावन बाणी च आखदे ने, भलिया तू नाम नूं छड्ड के, नाम नूं भुला के अपनी जिंदगी नूं बेरसी बनाई बैठा है। नाम विहूणे पच मोए, गंत ना जाए गणी। सतगुरु ने जदों वेखिया संसार विच नज़र मारी, किन्ने क लोग ने जिहड़े नाम दा रस लै रहे ने, किन्नियां के अंदर नाम दी जाचना वास्ते झोली खिलारी हुई है, किन्नियां के दे अंदर ऐसी भावना है। माफ़ करिया जी, मान मांगू तान मांगू धन लक्ष्मी सुत दे, सब कुछ गुरु तेग बहादुर साहब जी के दर तो मंगना है, क्योंकि साडे कन्नां च ये रोज़ बोल पैंदे हन। तेग बहादुर सिमरिया घर नौ निध आवे धाए, ते नौ निधियां धाइयां दौड़ियां आउंदियां ने जदों सिमरिया अंदरों हौमे विच नहीं आके, निमरता विच आके, गुरमुख बन के जदों सिमरांगे, नौ निधियां दौड़ियां आउणगियां। इत्ते तो मंगना है। पर गुरबाणी का एक फरमान है, सब वडियाइयां हर नाम विच जिन्हों भुलाई बैठा है, सब वडियाइयां हर नाम विच हर गुरमुख ध्याईऐ, जे वस्त मंगीए साई पाईऐ, जे नाम चित लाईऐ। पर उस नाम नूं भुला के तू अपनी जुबान तो फिक्के बोल बोलदा है। बाकी जो भी सलाह कर, सिफत सलाह तू करदा है, तू बाकी जो भी सलौता करदा है, मेरा पुत्त बड़ा चंगा है, मेरा कारोबार बड़ा चंगा है, मेरा मित्र बड़ा चंगा है, मेरे शरीर विच बहुत बल है, तू यही सलाह करदा है, हंकार विच आके इहदी सिफत करदा है। सतगुरु कहन लगे, ये सारे बोल तेरे फिक्के ने, बेरसे ने, ये जिहड़ा सुनेगा रस उहनूं भी नहीं आउंदा। माफ़ करिया जे, मैं अपने वल्लों अपनी वडियाई करी जावां, अपनी जुबान नाल आपे मियाँ मिठू बनी जावां, ते सुनने वाले नूं कोई रस नहीं उहदे विचों आउंदा, उहदे विचों कोई स्वाद नहीं आउंदा। सुनने वाला कहंदा यार ये अपनी वडियाई करी जांदा, छड्डो इहदी की गल सुननी है। माफ़ करिया जे, बहुतात लोकां दी ऐसी फितरत है, गुरु नानक साहब सच्चे पातशाह जी बख्शिश करदे संसार नूं वेख के, संसार दी झोली नाम तो खाली है। ते बाबा नाम की दात साडी झोली विच पा के साडी झोली नूं भर रहा है, कल्ला भर नहीं रहा, साडी झोली नूं सवार भी रहा है। ते ये नाम की दात तेरे कोल टिकी रह जाए, ये नाम की दात तेरे अंदर वस जाए। जदों सतगुरु जी देखते हैं तो साडी झोली नाम दे कोलों खाली है। खाली झोली नूं भरन वास्ते सतगुरु कहंदे ने, अपनी सिफत छड्ड, तू गुरु की सिफत कर, तू रब की सिफत कर। इत्थे बेअंत लोग ऐसे ने, सतगुरु कहन लगे मैनू सारे ही नज़र आ रहे ने, नाम तो खाली है। जिन्होंने गुरु ने कृपा करके नाम नाल झोलियां भर दित्तियां, नितनेम दियां दातां बख्श के रोज़ की हाज़री भरन दा सुभाग बख्शिया होया है, बड़भागी ने। गुरु होर रहमत करे, अंदर नाम की कड़ी बस भी जाए। सतगुरु कहते मैं तो देखदा गिनती नहीं की जा सकती ऐसे लोग जिहड़े वो नाम तो सखने ही तुरे फिरदे ने संसार अंदर। नाम हूणे पच मोए, गंत ना जाए गणी, गिनती विच नहीं आ रहे। जिन्हों गुरु अमरदास महाराज जी आखते ने, विण नामे सब भरम दे, नित जग टोटा संसार, मनमुख कर्म कमावने हौमै अंध गुबार। जेड़े मनमुख बंदा अपने आप की सलौत करके एक कर्म कमा रहा, बोल रहा है, ये हौमे अंध गुबार। कह लगे ये हौमे दे घुप हनेरे खूह दे विच अपने आप डिग रहा है। कौन डिग रहा है? सब जगत। वे नामे सब भरम दे, नित जग टोटा संसार, संसार की गल की। उन्हां संसारियां विचों
उस ब्रह्मंड की आबादी विचों बिरले जिहड़े हर रोज़ झोली अड्ड के निमरता सहित ये आखते ने दातिया जे वडियाइयां नाम विच ही ने ते कृपा कर साडी झोली विच नाम की दात पा। वो गुरमुख बन के नाम मंगते हैं, क्योंकि नाम की एक कणी भी जिन्हों गुरु बख्श देवेगा। गुरमुख कोट उदारदा दे नाम है एक कणी, एक कणी रंचक मात्र जिन्हों नाम मिल गया। सतगुरु कहते उस गुरमुख की गत मित इन्नी वड्डी हो जाती है, वो शब्दों विच बयान नहीं की जा सकती, शब्दों विच उन्होंने बयान ही नहीं किया जा सकता। तुसीं कई बारी सुनते हो, किनका एक जिस जी बसावै दे एक कणी, नाम की इको ही कणी करोड़ों का उधार कर सकती है। किनका एक जिस जी बसावै ताकि महिमा गणी ना आवे, उसकी महिमा इन्नी वड्डी हो जाती है, गिनती विच नहीं आती। पर सतगुरु बख्शिश करते ने, मनमुख बन के क्यों अपने जीवन का स्वाद तू फिक्का पा रहा है। वेख भलिया, चिरां बाद लम्मी उड़ीक तो बाद आ मनुखा जीवन तेनू मिलिया है। ये मनुखा जीवन इस तरह समझ लो जिवें फाइनल दे विच पहुंच गए हैं। हर एक खिडारी नूं फाइनल दे विच जाण दा मौका नहीं मिलता, उत्थे खेडण दा हर एक खिडारी नूं मौका नहीं मिलता। आ मनुखा जीवन, जीवन की बाजी जितण वास्ते एक मौका मिलिया होया है, फाइनल है। इत्थों आस हुंदी है भी हुण जित दा हार मेरे गल विच पवेगा। इत्थे आण के एक आस बजदी है, जे तू वो आस भी, आखिरली आस भी, आ जिहड़ा जीवन मिलिया ये भी तू हार के ही चला गया, ये भी बेरसा जीवन तू इत्थे जी के चला गया, फिर तो आखिरले डंडे तो तू डिग्या, मुड़ के दोबारा सारियां जूना जिन्नियां भी बेअंत जूना हैं वो सारियां ही भोग के ये तेरी किते मुड़ के वारी तेनू नसीब होएगी। उस वारी की तेनू बहुत लम्मी उड़ीक करनी पैगी। पहला लम्मी उड़ीक तो बाद तेनू अज जीवन मिलिया, इनू सवार लै। सतगुरु ने पावन बाणी च एक होर बचन बख्शिश किया, तेरे जीवन में जिहड़ी हंकार की गल हुंदी है उहदे नाल तू माया नूं जोड़दा है, क्योंकि माया ही मनुख नूं रब तो दूर करती। मैं कई बारी बेनती करदा है, देखो ना गुरु ते ना परमेश्वर ये माया के अधीन नहीं है। माफ करिया जी, माया दे नाल बहुत काम सवारे जाते ने, माया बहुत काज सवारदी है, ये भी कोई शक नहीं। पर रब ते गुरु ये माया के अधीन नहीं है। जिन्नी कोई मर्जी माया लिया के जा कीमती तो कीमती होर वस्तुआं लिया के गुरु नूं अख खरीदना चाहे कि मैनू माया के बदले विच नाम दे दे, तो गुरबाणी च एक वचन आउंदा, कंचन स्यों पाइए नहीं तोल, भावें सोना दे जाई जिन्ना मर्जी, गुरु माया के अधीन नहीं है, रब माया के अधीन नहीं है। हाँ, माया वो गुरु के अधीन है, माया रब के अधीन है। मैं बेनती करता हुन्ना कि माया ये गल कवे कि रब नूं हुक्म करे, गुरु नूं हुक्म करे, तू कृपा कर मैं भी ये घर विच रहनी है, ये मेरे नाल होर भी कई तरह थावां ते जाके अपनी हौमे की गल करदा है,
तू ਇਹਦੇ ਤੇ ਕਿਰਪਾ ਕਰ, ਤੂੰ ਇਹਦੇ ਘਰ ਵਿੱਚ ਆ ਜਾ, ਜਾਂ ਇਹਦੀ ਝੋਲੀ 'ਚ ਨਾਮ ਦੀ ਦਾਤ ਪਾ ਦੇ। ਮਾਇਆ ਦੇ ਆਖੇ ਲੱਗ ਕੇ ਤੁਹਾਨੂੰ ਗੁਰੂ ਦਾਤ ਦੇਗਾ? ਮਾਇਆ ਦੇ ਆਖੇ ਲੱਗ ਕੇ ਰੱਬ ਸਾਡੀ ਝੋਲੀ ਭਰੇਗਾ? ਗੁਰਬਾਣੀ ਤਾਂ ਇਹ ਆਖਦੀ ਹੈ, ਬੀਓ ਪੂਛ ਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ। ਉਹ ਕਿਸੇ ਨੂੰ ਪੁੱਛਦਾ ਨਹੀਂ ਮੈਂ ਇਹਦੀ ਝੋਲੀ 'ਚ ਕੀ ਦਾਤ ਪਾਵਾਂ, ਉਹ ਕਿਸੇ ਨਾਲ ਸਲਾਹ ਨਹੀਂ ਕਰਦਾ, ਉਹ ਕਿਸੇ ਦੇ ਅਧੀਨ ਨਹੀਂ ਹੈ। ਅੱਜ ਸ਼ਬਦ ਆਏਗਾ, ਇਸ ਸ਼ਬਦ ਅੰਦਰ ਵਿਚਾਰ ਆਏਗੀ ਕਿ ਉਹਦਾ ਸ਼ਰੀਕ ਹੀ ਕੋਈ ਨਹੀਂ, ਉਹਦੀ ਬਰਾਬਰਤਾ ਕਰਨ ਵਾਲਾ ਕੋਈ ਨਹੀਂ, ਉਹਦੇ ਬਰਾਬਰ ਬਹਿਣ ਵਾਲਾ ਕੋਈ ਨਹੀਂ। ਉਹ ਕਿਹਦੇ ਨਾਲ ਸਲਾਹ ਕਰੇ? ਜੋ ਕੁਛ ਕਰੇ ਸੋ ਆਪੇ ਕਰੇ। ਮਾਇਆ ਦੇ ਆਖੇ ਲੱਗ ਕੇ ਉਹ ਸਾਨੂੰ ਕੋਈ ਚੀਜ਼ ਨਹੀਂ ਦਿੰਦਾ। ਹਾਂ, ਮਾਇਆ ਰੱਬ ਦੇ ਅਧੀਨ ਹੈ। ਰੱਬ ਮਾਇਆ ਨੂੰ ਹੁਕਮ ਕਰ ਸਕਦਾ ਹੈ ਜਦੋਂ ਅਸੀਂ ਰੱਬ ਦੀ ਸਿਫਤ ਨਾਲ ਜੁੜ ਜਾਈਏ, ਰੱਬ ਦੀਆਂ ਸਿਫਤਾਂ ਕਰੀਏ, ਜਦੋਂ ਮੁਖ ਤੋਂ ਰੱਬ ਨੂੰ ਸਲਾਈਏ। ਇੱਕ ਤਾਂ ਸਤਿਗੁਰੂ ਪਾਵਨ ਬਾਣੀ ਚ ਆਖਦੇ ਨੇ, ਨਾਮ ਗੋਬਿੰਦ ਜੋ ਪੈਂਦਿਆਂ ਖੂਆ ਮੁਖ ਪਵਿੱਤਰ। ਜਿਹੜਾ ਹਉਮੈ ਦੀ ਬਿਮਾਰੀ ਦੇ ਨਾਲ ਮੁਖ ਦਾ ਸਵਾਦ ਬਿਲਕੁਲ ਫਿੱਕਾ ਹੋ ਗਿਆ ਸੀ, ਜੋ ਬੋਲਦਾ ਸੀ ਉਹ ਵੀ ਫਿੱਕਾ ਸੀ। ਨਾਨਕ ਫਿੱਕਾ ਬੋਲਿਆ, ਤਨ ਮਨ ਫਿੱਕਾ ਹੋਏ। ਉਹ ਤਨ ਤੇ ਵੀ ਪ੍ਰਭਾਵ ਪਾ ਦਿੰਦਾ ਸੀ ਤੇ ਸੁਣਨ ਵਾਲੇ ਦੇ ਮਨ ਤੇ ਵੀ ਪ੍ਰਭਾਵ ਪਾ ਦਿੰਦਾ ਸੀ। ਸੁਣਨ ਵਾਲਾ ਵੀ ਨਹੀਂ ਸੀ ਸੁਣਦਾ, ਉਹਦਾ ਵੀ ਤਨ ਮਨ ਫਿੱਕਾ ਹੋ ਜਾਂਦਾ ਸੀ ਫਿੱਕੇ ਬੋਲਾਂ ਨਾਲ। ਤੇ ਜਦੋਂ ਗੋਬਿੰਦ ਦੇ ਨਾਮ ਨਾਲ ਜੁੜੇ ਤੇ ਨਾਮ ਦੇ ਵਿੱਚੋਂ ਸਤਿਗੁਰੂ ਕਹਿੰਦੇ ਨਾਮ ਗੋਬਿੰਦ ਚ ਪੈਂਦਿਆਂ ਹੋਆ ਮੁਖ ਪਵਿੱਤਰ। ਪਹਿਲੀ ਗੱਲ, ਸਾਡਾ ਮੁਖ ਪਵਿੱਤਰ ਹੋ ਗਿਆ। ਨਾਮ ਦੀ ਸਿਫਤ ਕਰਦੇ ਆ ਗੁਰਮੁਖ ਨੇ, ਨਾਮ ਦੀ ਸਿਫਤ ਕੀਤੀ ਗੁਰੂ ਵੱਲ ਨੂੰ ਮੁਖ ਕਰਕੇ, ਉਹਦਾ ਮੁਖ ਪਵਿੱਤਰ ਹੋ ਗਿਆ। ਦੂਜੀ ਗੱਲ, ਉਹ ਫਿਰ ਰੱਬ ਜਿਹਦੀ ਸਿਫਤ ਕਰ ਰਹੇ ਆ ਮੁਖ ਨਾਲ, ਉਹ ਮਾਇਆ ਨੂੰ ਹੁਕਮ ਕਰਦਾ ਹੈ। ਮਾਇਆ ਉਹਦੇ ਅਧੀਨ ਹੈ, ਜਿੱਥੇ ਉਹ ਕਹੇਗਾ ਉੱਥੇ ਹੀ ਜਾਏਗੀ। ਮਾਫ ਕਰਿਆ ਜੇ, ਜਿੰਨਾ ਵੀ ਕਿਸੇ ਕੋਲ ਹੈ ਕਿਸੇ ਵੀ ਰੂਪ ਵਿੱਚ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਇੱਕ ਦਾਤੇ ਦੇ ਹੁਕਮ ਨਾਲ ਮਿਲਿਆ ਹੋਇਆ ਹੈ, ਉਹਦੇ ਹੁਕਮ ਤੋਂ ਬਿਨਾ ਨਹੀਂ ਮਿਲਿਆ। ਉਹਨੇ ਮਾਇਆ ਨੂੰ ਹੁਕਮ ਕੀਤਾ ਹੈ, ਉਹਨੇ ਧਨ ਨੂੰ ਹੁਕਮ ਕੀਤਾ ਹੈ, ਉਹਦੇ ਅਧੀਨ ਹੈ ਸਭ ਕੁਛ। ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ। ਉਹ ਦਾਤਾ ਬਣ ਕੇ ਸਾਡੀ ਝੋਲੀ ਵਿੱਚ ਦਾਤ ਪਾਉਂਦਾ ਹੈ। ਉਹ ਮਾਇਆ ਨੂੰ ਆਪਣੇ ਅਧੀਨ ਕਰਕੇ ਬੈਠਾ ਹੋਇਆ ਹੈ। ਇਸ ਕਰਕੇ ਸਤਿਗੁਰੂ ਜੀ ਅੱਜ ਬਖਸ਼ਿਸ਼ ਕਰ ਰਹੇ ਨੇ, ਵਿਣ ਨਾਮੇ ਹੋਰ ਸਲਾਹਨਾ ਭਲਿਆ। ਇੱਕ ਅਕਾਲ ਪੁਰਖ ਪਰਮਾਤਮਾ ਦੀ ਸਿਫਤ ਤੋਂ ਬਿਨਾ ਤੂੰ ਜੋ ਵੀ ਕਮੇਗਾ, ਜੋ ਵੀ ਕਾਰਜ ਕਰੇਗਾ, ਉਹ ਤੇਰੇ ਵਾਸਤੇ ਬੇਰਸਾ ਹੋਏਗਾ। ਇਸ ਕਰਕੇ ਹਰ ਕਾਰਜ ਦੇ ਵਿੱਚ ਤੂੰ ਆਪਣੇ ਗੁਰੂ ਨੂੰ ਸ਼ਰੀਕ ਬਣਾਈ। ਹਰ ਕਾਰਜ ਦੇ ਵਿੱਚ ਤੂੰ ਆਪਣੇ ਗੁਰੂ ਦੀ ਮੱਤ ਲੈ ਕੇ ਤੁਰੀ। ਹਰ ਬੋਲਣ ਲੱਗਿਆ ਤੂੰ ਪਹਿਲਾਂ ਗੁਰੂ ਦੀ ਮੱਤ ਲੈ ਕੇ ਫਿਰ ਬੋਲੀ। ਗੁਰਬਾਣੀ ਦਾ ਬਚਨ ਹੈ, ਗੁਰੂ ਤਾਂ ਇੱਕੋ ਹੀ ਉਪਦੇਸ਼ ਦਿੰਦਾ ਹੈ, ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਕਹਿ ਲੱਗੇ ਤੂੰ ਧਰਮੀ ਬਣ ਕੇ ਜੋ ਵੀ ਬੋਲਣਾ ਰਸਨਾ ਤੂੰ ਸੱਚ ਬੋਲੀ। ਤੂੰ ਜਿਹੋ ਜਿਹਾ ਹੈ ਅਸੀਂ ਰੱਖਦੇ ਹਿੰਮਤ, ਮੈਂ ਜਿਹੋ ਜਿਹਾ ਹਾਂ ਮੈਂ ਉਹੋ ਜਿਹਾ ਦੱਸਾਂ ਲੋਕਾਂ ਨੂੰ। ਇੱਥੇ ਤਾਂ ਮਨੁੱਖ ਆਪਣੇ ਸਾਰੇ ਔਗੁਣਾਂ ਤੇ ਪਰਦਾ ਹੀ ਪਾਉਣਾ ਚਾਹੁੰਦਾ ਹੈ, ਦੂਜਿਆਂ ਦੇ ਪਰਦੇ ਚੁੱਕਣੇ ਚਾਹੁੰਦਾ, ਆਪਣੇ ਢੱਕਣੇ ਚਾਹੁੰਦਾ ਹੈ। ਸੱਚ ਨਹੀਂ ਹੈ, ਅੰਦਰ ਕੁਛ ਹੋਰ ਹੈ, ਬਾਹਰ ਕੁਛ ਹੋਰ ਹੈ। ਸਤਿਗੁਰੂ ਕਹਿਣ ਲੱਗੇ ਤੂੰ ਸੱਚ ਬੋਲ, ਧਰਮੀ ਬਣ। ਜੋ ਗੁਰੂ ਦੱਸੇ ਬਾਟ ਮਰੀਦਾ ਜੋਲੀਏ। ਤੂੰ ਗੁਰੂ ਦੇ ਚਰਨਾਂ ਵਿੱਚ ਆਇਆ, ਤੂੰ ਗੁਰੂ ਦਾ ਸਿੱਖ ਬਣ, ਤੂੰ ਗੁਰੂ ਦਾ ਮੁਰੀਦ ਬਣ। ਜੇ ਉਹਨੂੰ ਮੁਰਸ਼ਿਦ ਜਾਣ ਕੇ ਉਹਦੇ ਚਰਨਾਂ ਵਿੱਚ ਪਹੁੰਚਿਆ, ਉਹਦਾ ਮੁਰੀਦ ਬਣ। ਮੁਰੀਦ ਬਣ ਕੇ ਜੋ ਤੇਰੀ ਉਹ ਬਾਟ ਤੈਨੂੰ ਦੱਸ ਰਿਹਾ, ਜਿਹੜਾ ਰਸਤਾ ਤੈਨੂੰ ਉਹ ਦਿਖਾ ਰਿਹਾ, ਉਸ ਰਸਤੇ ਤੇ ਤੁਰ। ਸੱਚ ਬੋਲਣ ਵਾਸਤੇ ਕਹਿ ਰਿਹਾ, ਤੂੰ ਸੱਚ ਦੀ ਸਲਾਹ ਕਰ, ਸੱਚ ਦੀ ਸਿਫਤ
विड़ नावे होर सलाह ना सब बोलन फिक्का साध मनमुख अहंकार सलाहें दे हौमे ममता बाद सारी जिंदगी झगड़े विच गुजरती है। जिंदगी नाल अपने आप नाल संघर्ष ही करी जाता है। कदी किते कोई कंप्रोमाइज़ करता है, कदी किते कुछ करता है, तो उन्हां दे बदले झगड़ा होर जिंदगी विच खड़ा कर लैंदा है। आ चीज़ चाहिदी सी, झगड़दा रहा, अंदर रौला रपा रहा, पर नहीं प्राप्त होई, चलो कंप्रोमाइज़ कर लिया, नहीं तो ना सही, फिर होर कोई तृष्णा पैदा हो गई, फिर उहदे वास्ते सारी जिंदगी ये रौला। इस तरह ही जिंदगी विच कदी किसी चीज़ की तृष्णा, कदी किसी चीज़ की तृष्णा, ये साडी जिंदगी विच रौला खड़ा करी रखती है। ये वाद बनया रहिंदा है। जिन सलाहन से मरें खप जावें सब अपवाद। जेकर तू इस संसार अंदर किसी के अहुदे मुताबिक, किसी की आर्थिक पक्ष की हस्ती के मुताबिक, किसी नूं संसार अंदर उहदी पदवी के मुताबिक तू सलाहन का यतन करें, गुरु कहंदा ना दुनिया ना सलाह जो मर वंज सी, लोका ना सलाह जो मर खाक थी। आ गुरु राह सानू दिखा रहा है। सलाउना है तो उन्होंने कह वाह मेरे साहिबा वाह, उन्होंने सलाह, क्योंकि जिन्होंने सलाउना है उन्होंने भी चले जाना है, जिन्होंने चले जाना है वो झूठ है। जिन्होंने गुरबाणी कहती कूड़ राजा कूड़ प्रजा कूड़ सब संसार, ये झूठ है। झूठ नूं क्यों सलाह रहे हैं? सच नूं सलाह जिन्हें सदा रहना है। जिन सलाहन से मरै खप जावें सब अपवाद, कह लगे ये सारिया ने खप जाना है। ये तक व्यर्थ का जिंदगी में झगड़ा है। जन नानक गुरमुख उभरे जिन्हां दा मुख गुरु वाल नूं है। मैं बेनती करा आप सारे गुरु वाल नूं मुख करके बैठे हो, तो जिन्हां दा मुख गुरु वाल नूं हो जाए उन्हां नूं गुरमुख आख्या जाता है। पर एक भेद भी है। भेद ही है तू अंदरों गुरु वाल नूं मुख कर। तू इत्थे बैठा है ते अंदरों गुरु वाल नूं मुख कर। अंदरों जिहड़ा शब्द तेनू गुरु समझा रहा है उसनूं समझण दा यतन कर, तां गुरु वाल नूं मुख है। कई बारी किते कोई विचार चलदी होवे, विचार चलदी होवे भावें आमने सामने बैठे होण, पर बंदा सामने वाले की गल वाल ध्यान ना देवे ते अगला कहंदा इधर मूँह कर, भी जो मैं बोल रहा इनू सुनन का यतन कर। आख्या जाता इधर मूँह कर, मेरे वाल ध्यान दे। तो फिर इत्थे तां होर भी सतगुरु ने अगे सानू परचा पाया होया है कि जो कुछ तू गुरु तो सुनिया है, ध्यान नाल सुनिया है, उन्होंने जीवन में ढाल भी लै। जिदन जीवन में ढल जाएगा उदन तू गुरमुख बन जाएगा। जिदन तू गुरमुख बन गया, सतगुरु कहन लगे फिर तू हौमे दे विवाद दे व्यर्थ दे झगड़िया विचों सदा लई बंद खलासी तेरी हो जाएगी, सदा लई तू बच जाएगा। जन नानक गुरमुख उभरे, गुरमुख बच गए। जप हर हर परमानाद, उन्होंने एक अकाल पुरख परमात्मा के नाम नूं जप के ओदी सिफत सलाह करके अपनी जिंदगी विच फिक्का स्वाद नहीं सगों परमानाद परम आनंद प्राप्त कर लिया। वो परम आनंद विच जींदे ने। मैं बेनती करां जिहड़े परम आनंद विच जिउंदे ने उन्हां नूं हर वेले आपा वारन का भी अंदर चाउ रहिंदा है, अंदर खेड़ा बनिया रहिंदा है, अंदरों संतुष्टि हुंदी है, अंदर किसी तरह की भुख नहीं हुंदी। इस नूं परम आनंद आखदे ने। दमदमा साहिब की धरती ते धन गुरु कलगीधर पिता महाराज जी कुछ समा टिक के रहे।
एक दिन इत्थे कोई गुरु का प्यार वाला सिख भावना वाला धन गुरु कलगीधर पिता महाराज जी के वास्ते एक शास्त्र बना के लियाया, बंदूक बना के लियाया। वो शास्त्र धन गुरु कलगीधर पिता महाराज जी के सन्मुख रख के कह लगा, सतगुरु कृपा करिया जे आ मेरी भेटा तुसी प्रवान करो। धन गुरु कलगीधर पिता महाराज जी ने उस पावन शास्त्र नूं अपने हाथ विच पकड़िया, चंगी तरह उस शास्त्र नूं वेख्या। जिहड़ा सियाणा जरनैल होवे वो अपनी फौज नूं भी ते अपने शास्त्रां नूं भी हमेशा चंड के रखता है, हर वेले परख के रखता है। कल नूं लोड़ पैण ते फौजी बीमार होण, कल नूं लोड़ पैण ते कोई फौजी ढिल मੱਠ विखाण, इस करके हर रोज़ तैयारी की जाए, हर वो रोज़ उन्होंने चंडिया जाए, हर रोज़ उन्होंने परखिया जाए। इस तरह शास्त्र जदों वो सोहना शास्त्र बंदूक जिहड़ा वो अपनी बंदूक की वडियाई कर रहा सी कि सतगुरु ये दूर तक मार करन वाली है, मेरी भेटा प्रवान करो। सतगुरु ने अपने कर कमलों विच पकड़िया वो शास्त्र ते सामने बैठा सी भाई डल्ला, वो चौधरी सी उस इलाके का, फौजी बहुत सन उहदे कोल, फौजां दा मालिक सी। ते कई वारी गुरु गोबिंद सिंह सच्चे पातशाह जी नूं विचारां करदिआं कह भी बैठा सी कि सतगुरु जेकर आनंदपुर साहब इस दास नूं याद कर लेंदे ते कहानी कुछ होर हुंदी, क्योंकि उन्हें कई बारी सुनिया सी गुरु के चरणों विच बैठ के कि पिछे जिहड़े चंद रोज़ पिछे की भाने वापरे ने, चमकौर का भाना वापर गया है, सरहंद का भाना वापर गया है, आनंदपुर साहब छड्डना पै गया, तो मुक्तसर साहब की पावन धरती ते खदराने की ढाब ते एक युद्ध होया है, उत्थे 40 के करीब सिंघां ने शहादतां दे जाम पीते ने। ये गल्लां सुन सुन के डल्ला कई बारी कह बैठा सतगुरु नूं कि सतगुरु जे मैनू आनंदपुर साहब बुला लेंदे, मैनू चमकौर की गढ़ी विच बुला लेंदे, कदी साहिबजादे शहीद ना हुंदे, कदी सानू इन्ने सिख ना मरवाने पैंदे, साडे इन्ने सिख शहीद ना हुंदे। धन गुरु कलगीधर पिता जी ने कहना डलिया, चौधरी साहब कोई गल नहीं, परमात्मा जे किते अंदर सेवा भावना का चाव होवे ते गुरु मौका दे दिंदा है, जे अंदर भावना होवे सेवा करन दा ते गुरु सेवा करन दा मौका दे दिंदा है, तेनू भी मौका मिल जाएगा। अज जदों वो शास्त्र आया सामने बैठे डल्ले नूं धन गुरु कलगीधर पिता महाराज जी कहन लगे, चौधरी साहब इस शास्त्र नूं परखना है, अपने सिपाही नूं अपने किसी फौजी नूं बुला के लियाओ। डल्ला गया अपने फौजियां कोल ते जाके आखदा है, अज गुरु के दरबार विच एक शास्त्र आया है, बंदूक आई है, उसनूं परखना है, चलो कोई सूरमा गुरु की खुशी लो। गुरु तो हर कारज राही हर काम राही सिख की झोली विच खुशियां पाउंदा है, चलो कोई जना चल के खुशी लो। ते अगों उन्हां फौजियां ने की जवाब दिता, कहन लगे चौधरी साहब असी फौजी हैं, चौधरी साहब असी जोधे सूरमे हैं, असी मैदाने जंग विच चल के लड़ांगे, साडे सामने कोई ऐसे हालात होण मैदाने जंग विच सानू लैके चलो, असी लड़ना जानते हैं, असी जूझना जानते हैं, साडे कोल सिखलाई है, असी बिना किसी इस तरह युद्ध तो अपनी जान नहीं गवावांगे, असी फौजी हैं, असी नहीं इस तरह जानते नहीं। जवाब दिता, वापस आ गया, सतगुरु दे कोल आके आखन लगा जी कोई फौजी तैयार नहीं, वो आ जवाब दे रहे हैं। धन गुरु कलगीधर पिता जी कहन लगे तुसीं आप खलो जाओ, आओ अज गुरु तुहाडी झोली च खुशियां पान लगा, तुसीं आप खलो जाओ। डल्ले ने भी अपने आसे पासे अपने राज भाग वाल ध्यान मारिया, आखन लगा सतगुरु इस तरह बिना
किसी काज दे अजाई जान क्यों गवाई जाए। मैं कोई जानवर ले आना है, आप जानवर दे गोली मार के देख लें, उधर इस बंदूक नूं परख लेना, परख लीए। सतगुरु एक सिख नूं भेजते हैं भी लंगर विच जिहड़े सेवा कर रहे हैं उत्थे जाके आवाज़ मार के लियाओ कि गुरु के दरबार में एक शास्त्र आया है तो वही परख करनी है। आप सारे जुन्हां विचों जिसने सेवा दे विच हिस्सा लेना है जां जिन्हों ये सेवा चाहिए है वो सेवा विच आन के हाज़र होवे। ते उत्थे दो प्यो पुत वीर सिंह ते धीर सिंह, एक आटा गुन्नदा सी उवें ही लिबड़े हाथ आटे नाल लेके आ गया, एक दस्तार सजा रहा सी वो उवें ही दौड़िया आ रहा। दोनों आवाज़ दे के कहन लगे सतगुरु आवाज़ मेरे कन्ना च पहला पई है, पहला मेरे ते ये शास्त्र परखिया जाए। दूजा आखदा नहीं मेरे कन्ना विच आवाज़ पहला पई है, पहला ये शास्त्र मेरे ते परखिया जाए। सतगुरु कहन लगे दोनों खलो जाओ। दोनों खलोते, दोनों के सिर के उपर दी सतगुरु ने वो गोली लंघा दी। सतगुरु हर कारज राही सानू खुशी दिंदा है। मैं बेनती करा जदों अपनी सिफत आप करिए उथे जिंदगी का रस बेरसा हो जाता है, जिमें डल्ले का रस अज बेरस हो गया। जिहड़ा गुरु दे राही रब की सिफत करता है वो आपां कुर्बान करके गुरु दियां खुशियां प्राप्त कर लैंदा है। सतगुरु ने उत्थे कृपा की, ये है खालसा मेरो रूप है खास। उत्थे सतगुरु बख्शिश करन लगे युद्ध जिते तुहाडे वर्गे सिख बैठे सन, संगतां बैठियां सन गुरु भावना वालियां, ते आखन लगे युद्ध जिते इनकी है के प्रसाद, इन्हां दी कृपा नाल मैं युद्ध जित के आया है। सतगुरु जी अगले शब्द अंदर बख्शिश कर रहे हैं, जदों ये भावना बनी हुण डल्ला भी शायद ये कहंदा होएगा सतगुर हर प्रभ दस गुरु जी एक बारी खुंज गया हाँ खिमा कर, हुण सतगुर हर प्रभ दस, हुण मैनू प्रभु की गल बात तुसी दसो, नाम ध्याई मन हरी। मैं हुण मन करके उस अकाल पुरख परमात्मा के नाम नू जप सकां ते खुशी प्राप्त कर सकां। नानक नाम पवित्र हर मुख बोली सब दुख पर हरी। सतगुरु कहन लगे नाम बड़ा पवित्र है दलिया, नाम बड़ा पवित्र है। जिहड़ा अपने मुख नाल उस नाम नू बोलदा है, नाम की सिफत करदा है, उहदा स्वाद फिक्का नहीं, सगों सब दुख पर हरी, उहदे सारे दुख दूर हो जाते हैं। जिहड़े दुखों ते रोगां दे कारण स्वाद बेरस हो गए सन, जदों दुख दूर हो जान रस फिर आउण लग जाता है, स्वाद फिर आउण लग जाता है। सतगुरु कहन लगे नाम पवित्र है, नाम की पवित्रता साडे मुख नूं पवित्र कर देंदी है, नाम की पवित्रता साडे जीवन नूं पवित्र बना देंदी है, नाम की पवित्रता साडे दुख मिटा के सानू नाम दे रस नाल जोड़ देंदी है। अगला वचन है पौड़ी विच सतगुरु जी बख्शिश कर रहे हैं, तू आपे आप निरंकार है निरंजन हर राया। गुरबाणी विच बड़ी परपक्ता दे नाल ये सानू उपदेश दिता गया है। कहूँ हर समान नहीं राजा, ये जिहड़े बाकी भूपत हैं ये भूपत सब दिवस चार के झूठे करत दवाजा, ते उस राजे के घर विच ये वडियाई है, ये उस राजे का दरबार है। बड़ा तेरा दरबार सच्चा तुद तख्त सिर शाह पातशाह नेचल चौर छत। जे भावे पार ब्रह्म जे उस अकाल पुरख परमात्मा नूं भाउंदा है तो उस न्याओं सच्चा करता है। जे भावे पार ब्रह्म मिले नथामे थाओं, इस दरबार विच नथामियां नूं भी थां मिल जाती है। जिहदी किते भी थां नहीं उन्हों गुरु के घर विच थां प्राप्त हो जाती है, क्योंकि ये वो राजा है जिहड़ा हर प्रकार तो साडी सहायता कर सकता है। थां नहीं थां मिलेगा,
ਭੋਜਨ ਨਹੀਂ, ਭੋਜਨ ਮਿਲੇਗਾ। ਦਵਾਈ ਨਹੀਂ, ਤੈਨੂੰ ਦਵਾਈ ਮਿਲੇਗੀ। ਤੇਰੇ ਨਾਲ ਧੱਕਾ ਹੋ ਰਿਹਾ, ਬੇਇਨਸਾਫੀ ਹੋ ਰਹੀ, ਤੈਨੂੰ ਇਨਸਾਫ ਮਿਲੇਗਾ। ਤੂੰ ਆਪੇ ਆਪ ਨਿਰੰਕਾਰ ਹੈ, ਨਿਰੰਜਨ ਹਰ ਰਾਇਆ। ਜਿੰਨੀ ਤੂੰ ਇੱਕ ਮਨ ਸੱਚ ਤੇ ਆਇਆ। ਧਿਆਨ ਦਿਆ ਜੀ, ਜਿਨ੍ਹਾਂ ਨੇ ਇੱਕ ਮਨ ਹੋ ਕੇ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਇਆ, ਤਿਨਕਾ ਸਭ ਦੁੱਖ ਗਵਾਇਆ। ਉਹਨਾਂ ਦੇ ਸਾਰੇ ਦੁੱਖ ਉਸ ਅਕਾਲ ਪੁਰਖ ਪਰਮਾਤਮਾ ਨੇ ਦੂਰ ਕਰ ਦਿੱਤੇ। ਜੇਕਰ ਭੁੱਖ ਸੀ ਕੋਈ ਤੇ ਗੁਰੂ ਨੇ ਭੁੱਖ ਵੀ ਮਿਟਾ ਦਿੱਤੀ, ਦੁੱਖ ਵੀ ਮਿਟਾ ਦਿੱਤੇ, ਭੁੱਖ ਵੀ ਮਿਟਾ ਦਿੱਤੀ। ਤੇਰਾ ਸ਼ਰੀਕ ਕੋ ਨਹੀਂ, हे ਅਕਾਲ ਪੁਰਖ ਪ੍ਰਭੂ, ਤੇਰੀ ਬਰਾਬਰ ਦੀ ਹਸਤੀ ਕੋਈ ਹੋਰ ਨਹੀਂ ਹੈ, ਤੇਰਾ ਕੋਈ ਸ਼ਰੀਕ ਨਹੀਂ ਹੈ। ਤੂੰ ਨਿਰਵੈਰ ਇਸੇ ਕਰਕੇ ਹੀ ਹੈ, ਤੇਰਾ ਕੋਈ ਸ਼ਰੀਕ ਨਹੀਂ ਹੈ। ਬਹੁਤਾ ਵੈਰ ਸ਼ਰੀਕਾਂ ਨਾਲ ਹੀ ਹੁੰਦਾ ਹੈ, ਤੇਰਾ ਸ਼ਰੀਕ ਹੀ ਕੋਈ ਨਹੀਂ। ਤੇਰਾ ਸ਼ਰੀਕ ਕੋ ਨਹੀਂ, ਜਿਸ ਨੂੰ ਲਵੈ ਲਾਏ ਸੁਣਾਇਆ। ਕਿ ਮਾਲਕ, ਮੈਂ ਤੇਰੀ ਸਿਫਤ ਕਰਨੀ ਚਾਹੁੰਦਾ ਹੈ, ਪਰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ, ਮੈਂ ਤਸਬੀਹ ਦੇ ਸਕਾਂ ਕਿ ਤੂੰ ਇਹਦੇ ਵਰਗਾ ਹੈ। ਤੂੰ ਤਾਂ ਇੱਕ ਅਕਾਲ ਪੁਰਖ ਪਰਮਾਤਮਾ ਆਪਣੇ ਆਪ ਵਿੱਚ ਆਪ ਹੀ ਹੈ, ਹੋਰ ਤੇਰੇ ਵਰਗਾ ਕੋਈ ਨਹੀਂ। ਤੁਧ ਜੇ ਵੱਡ ਦਾਤਾ ਤੂੰ ਹੈ ਨਿਰੰਜਨਾ। ਮਾਇਆ ਦੀ ਕਾਲਖ ਤੇ ਮਾਇਆ ਦੇ ਪ੍ਰਭਾਵ ਤੋਂ ਰਹਿਤ ਅਕਾਲ ਪੁਰਖ ਪਰਮਾਤਮਾ, ਤੇਰੇ ਵਰਗਾ ਕੇਵਲ ਤੂੰ ਹੀ ਹੈ। ਤੁਧ ਜੇ ਵੱਡ ਦਾਤਾ ਤੂੰ ਹੈ ਨਿਰੰਜਨਾ, ਤੂੰ ਹੈ ਸੱਚ ਮੇਰਾ ਮਨ ਭਾਇਆ। ਤੇਰੀ ਵਡਿਆਈ ਹੁਣ ਮੈਂ ਇਸ ਕਰਕੇ ਕਰਦਾ ਹੈ, ਤੂੰ ਸੱਚਾ ਹੈ, ਤੂੰ ਅਵਿਨਾਸ਼ੀ ਹੈ, ਤੂੰ ਸਦਾ ਰਹਿਣ ਵਾਲਾ ਹੈ, ਤੇ ਮੇਰੇ ਮਨ ਨੂੰ ਭਾ ਗਿਆ ਹੈ। ਮੇਰੇ ਮਨ ਤੇ ਮੇਰੇ ਤੇ ਤੂੰ ਰਹਿਮਤ ਕੀਤੀ, ਮੇਰੇ ਤੇ ਤਰਸ ਕੀਤਾ, ਤੂੰ ਮੇਰੇ ਮਨ ਨੂੰ ਭਾ ਗਿਆ ਹੈ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। हे ਮੇਰੇ ਅਕਾਲ ਪੁਰਖ ਪ੍ਰਭੂ, ਤੂੰ ਸੱਚਾ ਹੈ, ਤੂੰ ਮੇਰਾ ਮਾਲਕ ਹੈ, ਤੇ ਤੇਰਾ ਨਾਮ ਸੱਚਾ ਹੈ, ਤੇਰੀ ਸਿਫਤ ਸੱਚੀ ਹੈ। ਜਿਹੜੀ ਸੱਚੀ ਸਿਫਤ ਨਾਲ ਜਿਹੜੇ ਜੁੜਦੀ ਹੈ ਸੰਗਤ, ਜਿਹੜਾ ਸੱਚ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ, ਉਹਦਾ ਵੀ ਜੀਵਨ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਸਦਕਾ ਰਸ ਭਰਪੂਰ ਬਣ ਕੇ ਗੁਰੂ ਚਰਨਾਂ ਵਿੱਚ ਟਿਕ ਕੇ ਉਹ ਜ਼ਿੰਦਗੀ ਦਾ ਇੱਥੇ ਵੀ ਆਨੰਦ ਮਾਣਦਾ ਹੈ, ਤੇ ਅੱਗੇ ਵੀ ਸਤਿਗੁਰੂ ਕਹਿੰਦੇ ਉਹਦਾ ਲੋਕ ਵੀ ਸੁਹੇਲਾ ਹੋ ਜਾਂਦਾ ਹੈ, ਉਹਦਾ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਕਦੋਂ? ਮਨ ਵਿੱਚ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹਦੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ। ਬਹੁਤ ਬਹੁਤ ਧੰਨਵਾਦ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਕਿਰਪਾ ਦੇ ਸਦਕਾ ਆਪਾਂ ਗੁਰੂ ਚਰਨਾਂ ਵਿੱਚ ਸਾਰੇ ਜੁੜ ਬੈਠੇ ਹਾਂ। ਬਹੁਤ ਬਹੁਤ ਧੰਨਵਾਦ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਹੁਣਾਂ ਦਾ, ਜਿਨ੍ਹਾਂ ਦੇ ਸ਼ਹਾਦਤ ਵਾਲੇ ਅਸਥਾਨ 'ਤੇ ਆਪਾਂ ਜੁੜ ਬੈਠੇ ਹਾਂ। ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਜੀ ਹੁਣਾਂ ਦਾ, ਜੋ ਬਹੁਤ ਪਿਆਰ ਬਖਸ਼ਿਸ਼ ਕਰਦੇ ਹਨ, ਬਹੁਤ ਸੋਹਣੀਆਂ ਵਿਚਾਰਾਂ ਆਪ ਜੀ ਦੇ ਸਨਮੁਖ ਰੱਖਦੇ ਹਨ। ਸਮੂਹ ਸਟਾਫ ਦਾ, ਆਪ ਰੱਬ ਵਾਲੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਦਾਸ ਕੋਲੋਂ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਖਿਮਾ ਕਰਿਓ। ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ ਪਾ ਕੇ ਗੁਰੂ ਦਾ ਸ਼ਬਦ ਆਪਣੇ ਹਿਰਦੇ ਵਿੱਚ ਵਸਾ ਕੇ ਜ਼ਿੰਦਗੀ ਦਾ ਆਨੰਦ ਮਾਣੋ। ਸਤਿਗੁਰੂ ਕਿਰਪਾ ਕਰਨ, ਸਭ ਦੀ ਝੋਲੀ ਨਾਮ ਨਾਲ ਭਰ ਦੇਣ। ਅਸੀਂ ਨਾਮ ਦੁਆਰਾ ਪ੍ਰਭੂ ਦੀ ਸਿਫਤ ਕਰਕੇ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪ ਕੇ ਆਪਣਾ ਲੋਕ ਪਰਲੋਕ ਸੁਹੇਲਾ ਬਣਾ ਸਕੀਏ। ਸਾਰੇ ਪਿਆਰ ਸਹਿਤ ਕਰੋ ਆਪਣੀ ਆਪਣੀ ਰਚਨਾ ਪਵਿੱਤਰ। ਫਤਿਹ ਦੀ ਸਾਂਝ ਕਰਦਿਆਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ।
ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨਹੁ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ। ਸਦਾ ਸਿਫਤ ਸਾਲਾਹ ਤੇਰੀ ਨਾਮ ਮਨ ਵਸਾਵੈ। ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ